ਤੇ ਅੱਜ ਅਸੀਂ ਚਰਚਾ ਕਰ ਰਹੇ ਹਾਂ ਕਿ ਪੰਜਾਬ ਦਾ ਦੁਸ਼ਮਣ ਕੌਣ ਹੈ। ਤੇ ਤੁਹਾਡੇ ਕੋਲੋਂ ਅਸੀਂ ਸਵਾਲ ਪੁੱਛਿਆ ਹੈ ਕਿ ਕੀ ਪੰਜਾਬ 'ਚ ਦਹਿਸ਼ਤਵਾਦ ਨੂੰ ਦੁਬਾਰਾ ਲਿਆਉਣ ਦੀਆਂ ਸਰਗਰਮੀਆਂ ਤੇਜ਼ ਹੋ ਰਹੀਆਂ ਨੇ। ਇਸ ਵੇਲੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਡਾ ਟੋਲ ਫ੍ਰੀ ਨੰਬਰ ਤੁਹਾਡੇ ਲਈ ਖੁੱਲਿਆ ਹੋਇਆ ਹੈ 1800 मतलब 1800 180 35 35। ਇੱਥੇ ਤੁਸੀਂ ਕਾਲ ਕਰ ਸਕਦੇ ਹੋ, ਆਪਣੀ ਰਾਏ ਦੇ ਸਕਦੇ ਹੋ ਤੇ ਨਾਲ ਹੀ SMS ਕਰ ਸਕਦੇ ਹੋ। ਜਿਹੜੀ SMS ਦੀ ਰਾਏ ਅਸੀਂ ਪ੍ਰੋਗਰਾਮ ਦੇ ਅਖੀਰ 'ਚ ਦਿਖਾਵਾਂਗੇ। ਸਾਡੇ ਨਾਲ ਇੱਕ ਕਾਲਰ ਜੁੜ ਗਏ ਨੇ ਮੋਹਾਲੀ ਤੋਂ, ਵਿਰਿੰਦਰ ਜੀ। ਵਿਰਿੰਦਰ ਜੀ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਵਿਰਿੰਦਰ ਜੀ ਮੇਰੀ ਆਵਾਜ਼ ਆ ਰਹੀ ਹੈ? ਵਿਰਿੰਦਰ ਜੀ ਮੇਰੀ ਤੁਹਾਨੂੰ ਬੇਨਤੀ ਹੈ ਟੀਵੀ ਦੀ ਆਵਾਜ਼ ਬੰਦ ਕਰਕੇ ਟੀਵੀ ਤੋਂ ਦੂਰ ਹੋ ਕੇ ਸਾਡੇ ਨਾਲ ਗੱਲ ਕਰੋਗੇ ਤਾਂ ਗੱਲ ਹੋ ਪਾਏਗੀ, ਨਹੀਂ ਤਾਂ ਤੁਸੀਂ ਸਾਡੇ ਨਾਲ ਗੱਲ ਨਹੀਂ ਕਰ ਪਾਓਗੇ। ਮੇਰੀ ਬੇਨਤੀ ਹੈ ਜਿਹੜੇ ਵੀ ਕਾਲਰ ਕਰਦੇ ਨੇ ਫੋਨ ਕਰਦੇ ਨੇ, ਤੁਸੀਂ ਫੋਨ ਦੀ ਆਵਾਜ਼ ਬੰਦ ਕਰ ਟੀਵੀ ਦੀ ਆਵਾਜ਼ ਬੰਦ ਕਰਕੇ ਹੀ ਸਾਡੇ ਨਾਲ ਗੱਲ ਕਰ ਸਕੋਗੇ। हेलो हेलो हाँ जी, कौन बोल रहे ने? विरिंदर जी का फोन कट गया। अमृतसर तो साडे नाल हरभजन जी जुड़ रहे हैं। हरभजन जी स्वागत है, की कहना चाਹੁੰਦੇ हो? ਅਸੀਂ ਕਹਿਣਾ ਚਾਹੁੰਦੇ ਜੀ ਅੱਤਵਾਦ ਤੇ ਸਵਾ ਤੇ ਬਹੁਤ ਮਾੜਾ ਵਾ। ਪੁਲਿਸ ਨੇ ਬੜੇ ਬੰਦੇ ਬੜੀ ਚੰਗੀ ਗੱਲ ਕੀਤੀ ਆ, ਪਰ ਆਮ ਲੋਕਾਂ ਵਾਸਤੇ ਅੱਤਵਾਦੀ ਸਾਡੇ ਅਫੀਸਰ ਸਾਹਿਬਾਨ ਨੇ। ਅਸੀਂ ਅੰਮ੍ਰਿਤਸਰ ਸੇ ਦੇਖਦੇ ਹਾਂ ਕਿ ਜਿੰਨੇ ਵੀ ਅਫੀਸਰ ਭਾਵੇਂ ਫੂਡ ਸਪਲਾਈ ਵਾਲੇ ਬਣ ਦੂਜੇ ਤੀਜੇ ਜਿੰਨੇ ਵੀ ਹੈਗੇ, ਸਿਰਫ ਉਹ ਮਹੀਨੇ ਬੰਨ ਕੇ ਦੁਕਾਨ ਜਾਂਦੇ ਹਨ, ਮਹੀਨਾ ਦਿਓ ਤੁਸੀਂ ਜੋ ਮਰਜ਼ੀ ਕਰੋ। ਅਸੀਂ ਲੋਕ ਜ਼ਿਆਦਾ ਪਰੇਸ਼ਾਨ ਇਹਨਾਂ ਲੋਕਾਂ ਤੋਂ। ਉਹ ਤੇ ਅੱਤਵਾਦ ਨੇ ਜੋ ਕਰਨਾ ਉਹ ਤੇ ਪੁਲਿਸ ਦਾ ਕੰਮ ਹੈ, ਉਹਨਾਂ ਫੜ ਲੈਣੇ ਆ। ਇਹਨਾਂ ਲੋਕਾਂ ਤੋਂ ਜ਼ਿਆਦਾ ਪਰੇਸ਼ਾਨ ਆ ਜੀ। ਬਹੁਤ ਬਹੁਤ ਧੰਨਵਾਦ ਆਪਣੀ ਗੱਲ ਕਹਿਣ ਦੇ ਲਈ। ਤਾਂ ਜਿਹੜੇ ਲੋਕ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਜਿਹੜਾ ਭ੍ਰਿਸ਼ਟਾਚਾਰ ਹੈ ਰੂਪੀ ਅੱਤਵਾਦ ਉਸ ਤੋਂ ਜ਼ਿਆਦਾ ਪਰੇਸ਼ਾਨ ਨੇ। ਚਲੋ ਅਸੀਂ ਆਪਣੀ ਚਰਚਾ ਨੂੰ ਜਾਰੀ ਰੱਖਦੇ ਹਾਂ। ਮੈਂ ਜ਼ਰੂਰ ਚਾਹੂੰਗਾ ਕਿ ਇਸ ਦੇ ਉੱਪਰ ਵੀ ਜਵਾਬ ਜ਼ਰੂਰ ਦਿੱਤਾ ਜਾਵੇ। ਸਰਕਾਰ ਦੇ ਨੁਮਾਇੰਦੇ ਦੇਣ ਤਾਂ ਜ਼ਿਆਦਾ ਵਧੀਆ ਹੈ। ਮਾਨ ਸਾਹਿਬ ਤੁਸੀਂ ਜਵਾਬ ਦੇਣਾ ਚਾਹੋਗੇ? ਦੇਖੋ ਇਹ ਜਿਹੜਾ ਜਿੱਦਾਂ ਕਰਪਸ਼ਨ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਕਰਪਸ਼ਨ ਬਹੁਤ ਹੈ, ਇਹ ਜਿਸ ਤਰੀਕੇ ਨਾਲ ਪਿਛਲੇ 10 ਸਾਲ ਤੋਂ ਇਹਦੇ ਜਿਹੜਾ ਤਾਣਾ ਬਾਣਾ ਉਲਝਿਆ ਸੀਗਾ, ਔਰ ਉਹ ਇੱਕ ਆਦਤ ਪੈ ਜਾਂਦੀ ਹੈਗੀ ਕਿ ਜਿਹੜੀ ਕਈ ਜਿਹੜੇ ਅਫਸਰ ਜਿਹੜੇ ਹੁੰਦੇ ਨੇ, ਸਾਰੇ ਅਫਸਰ ਮਾੜੇ ਨਹੀਂ ਹੁੰਦੇ, ਕੁਝ ਅਫਸਰ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਆਦਤ ਪੈ ਜਾਂਦੀ ਹੈ, ਉਹਨਾਂ ਦੀ ਉਹ ਆਦਤ ਠੀਕ ਕਰਦਿਆਂ ਕਰਦਾ ਕੋਈ ਟਾਈਮ ਤੇ ਲੱਗੇਗਾ। ਤੇ ਔਰ ਇਸ ਤੋਂ ਜਿਹੜਾ ਹੈ ਮੈਂ ਯਕੀਨ ਦਿਵਾਉਣਾ ਹੈਗਾ ਕਿ ਇਹ ਤੁਸੀਂ ਦੇਖੋਗੇ ਆਉਂਦੇ 2-3 ਮਹੀਨੇ ਦੇ ਅੰਦਰ ਜਿਹੜਾ ਹੈ ਬਿਲਕੁਲ ਜਿਹੜਾ ਇੱਕ ਕਰਪਸ਼ਨ ਦਾ ਜਿਹੜਾ ਮੁੱਦਾ ਹੈ, ਜਿਹੜੀ ਅਫਸਰਸ਼ਾਹੀ ਜਿਹੜੀ ਜਿਸ ਤਰੀਕੇ ਨਾਲ ਪਹਿਲਾਂ ਕੰਮ ਕਰਦੀ ਸੀਗੀ ਉਹ ਠੀਕ ਹੋ ਕੇ ਜਿਹੜਾ ਹੈ ਆਪਣੇ ਆਪ ਨਜ਼ਰ ਆਏਗਾ। ਜਿਹੜੀ ਇਸ ਤੋਂ ਪਹਿਲਾਂ ਗੱਲ ਹੋਈ ਹੈ ਕਿ ਕਿਤੇ ਨਾ ਕਿਤੇ ਸ਼ਾਇਦ ਪੁਲਿਸ ਦੇ ਵਿੱਚ ਉਹਨਾਂ ਦੀ ਵਰਕਿੰਗ ਦੇ ਵਿੱਚ ਦਖਲਅੰਦਾਜ਼ੀ ਸੀ ਪਹਿਲਾਂ ਵੀ। ਉਹ ਮੈਂ ਕਲੀਅਰ ਕਰਨਾ ਚਾਹੁੰਦਾ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਉਂਦਿਆਂ ਸਾਰ ਇਹ ਕਿਹਾ ਹੈਗਾ ਕਿ ਪੁਲਿਸ ਦੇ ਵਰਕਿੰਗ ਦੇ ਵਿੱਚ ਕੋਈ ਵੀ ਪੋਲੀਟੀਕਲ ਇੰਟਰਫੇਰੈਂਸ, ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੋਏਗੀ। ਔਰ ਉਹ ਬੜਾ ਸਪਸ਼ਟ ਔਰ ਕਲੀਅਰ ਜਿਹੜਾ ਹੈ ਉਹ ਮੈਸੇਜ ਜਿਹੜਾ ਹੈ ਗਿਆ ਹੈਗਾ। ਹਲਕਾ ਇੰਚਾਰਜ ਸਿਸਟਮ ਜਿਹੜੇ ਨੇ ਉਹ ਜਿਹੜਾ ਹੈ ਜਿਵੇਂ ਪਹਿਲਾਂ ਬੰਦ ਜਿਹੜੇ ਚੱਲਦੇ ਸੀਗੇ ਉਹ ਬੰਦ ਕੀਤਾ, ਔਰ ਉਹਦੇ ਨਾਲ ਜਿਹੜੀ ਪੁਲਿਸ ਦੀ ਜਿਹੜੀ ਵਰਕਿੰਗ ਹੈ ਉਹ ਹੌਲੀ ਹੌਲੀ ਜਿਹੜੀ ਤੁਸੀਂ ਦੇਖੋਗੇ ਕਿ ਉਹ ਇੱਕ ਉਹਦੇ 'ਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੋਏਗੀ, ਉਹ ਨਿਰਪੱਖ ਹੋਣ ਵੱਲ ਜਿਹੜੀ ਹੈ ਇੱਕ ਦਿਸ਼ਾ ਵੱਲ ਜਿਹੜਾ ਇੱਕ ਹੋਰ ਜਿਹੜਾ ਸਵਾਲ ਜਿਹੜਾ ਚੱਕਿਆ ਗਿਆ ਜਿਹੜਾ ਜੋਗਾ ਸਿੰਘ ਜੀ ਵੱਲੋਂ, ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਐਦਾਂ ਹੀ ਕਿਉਂ ਹੁੰਦਾ, ਮਈ ਜੂਨ ਦੇ ਵਿੱਚ ਹੀ ਜਦੋਂ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਆਉਣ ਵਾਲੀ ਹੁੰਦੀ ਉਦੋਂ ਹੀ ਅਜਿਹੀਆਂ ਗ੍ਰਿਫਤਾਰੀਆਂ ਜਿਹੜੀਆਂ ਵੱਧ ਹੁੰਦੀਆਂ। ਕੀ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੈਗੇ ਹੋ? ਨਹੀਂ ਦੇਖੋ, ਮੈਂ ਜਿੱਦਾਂ ਪਹਿਲਾਂ ਵੀ ਕਿਹਾ ਹੈਗਾ ਕਿ ਇਹ ਜਿੱਦਾਂ ਉਹ ਜਿਹੜੇ ਦਹਿਸ਼ਤਗਰਦੀ ਹਮਲੇ ਜਿਹੜੇ ਪਹਿਲਾਂ ਪਠਾਨਕੋਟ ਹੋਇਆ, ਦੀਨਾਨਗਰ ਹੋਇਆ, ਇਹ ਜਿਹੜਾ ਇਹ ਹੁਣ ਜਿਹੜੇ ਅਰੈਸਟ ਹੋਈਆਂ ਨੇ, ਇਹ ਕੋਈ ਇੱਕ ਇਸ ਤਰੀਕੇ ਨਾਲ ਨਹੀਂ ਸੀ ਕਹਿ ਸਕਦੇ। ਅਤੇ ਜਿਹੜੇ ਇੱਥੋਂ ਦੇ ਜਿਹੜੇ ਸਲੀਪਰ ਸੈੱਲ ਨੇ, ਜਦੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਜਿਹੜਾ ਹੈ ਇਹੋ ਜਿਹੇ ਜਦੋਂ ਕੋਈ ਇੱਕ ਟਾਈਮ ਆਉਂਦਾ ਹੈ ਉਦੋਂ ਆਪਣਾ ਐਕਸ਼ਨ ਕਰਨਗੇ ਜਾਂ ਕੋਈ ਵਾਰਦਾਤ ਕਰਨਗੇ ਤੇ ਉਹਨਾਂ ਨੂੰ ਵੱਧ ਜ਼ਿਆਦਾ ਪ੍ਰਮੁਖਤਾ ਮਿਲੇਗੀ, ਉਹ ਤਾਂ ਐਕਟੀਵਿਟੀ ਆਪਣੀ ਵਧਾ ਦਿੰਦੇ ਨੇ। ਜਦੋਂ ਵਧਾਉਂਦੇ ਨੇ ਤੇ ਉਹ ਜਿਹੜਾ ਹੈ ਐਕਸਪੋਜ਼ ਹੋ ਕੇ ਤੇ ਪੁਲਿਸ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ। ਲੇਕਿਨ ਮੈਂ ਉਹ ਕਹਿੰਦਾ ਕਿ ਇਹ ਜਿਹੜਾ ਹੈ ਸਦਾ ਹੀ ਸਤਰਕ ਰਹਿਣ ਦੀ ਲੋੜ ਹੁੰਦੀ ਹੈ। ਭਾਵੇਂ ਉਹ ਪਠਾਨਕੋਟ ਦਾ ਅਟੈਕ ਹੈ, ਭਾਵੇਂ ਦੀਨਾਨਗਰ ਦਾ, ਭਾਵੇਂ ਇਹ ਇੰਟਰਨਲ ਇੰਸਰਜੈਂਸੀ ਹੈਗੀ ਹੈ, ਇਹ ਸਾਰੇ ਤੇ ਸਤਰਕ ਰਹਿਣ ਦੀ ਜਿਹੜੀ ਹੈ ਪੁਲਿਸ ਨੂੰ ਲੋੜ ਪੈਂਦੀ ਹੈ। ਠੀਕ ਹੈ। ਇਹ ਜਿਹੜੀਆਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ
ਬਾਹਰਲੀਆਂ ਏਜੰਸੀਆਂ ਹੈਗੀਆਂ ਉਹ ਸਾਡੇ ਲੋਕਾਂ ਨਾਲ ਹੀ ਸੰਪਰਕ ਕਰਕੇ ਸਾਡੇ ਲੋਕਾਂ ਨੂੰ ਹੀ ਸਾਡੇ ਖਿਲਾਫ ਵਰਤਣ ਦੀ ਕੋਸ਼ਿਸ਼ ਕਰਦੀਆਂ। ਇਹ ਇੱਕ ਬੜੀ ਵੱਡੀ ਫਿਕਰ ਵਾਲੀ ਗੱਲ ਹੈ। ਗਿੱਗਾ ਸਾਹਿਬ, ਜਿਹੜੀ ਇਸ ਦੇ ਵਿੱਚ ਵੀ ਜਿਹੜਾ ਪੁਲਿਸ ਨੇ ਜੋ ਦਾਅਵਾ ਕੀਤਾ ਹੈ, ਜੋ ਪ੍ਰੈਸ ਨੋਟ ਦੇ ਵਿੱਚ ਵੀ ਲਿਖਿਆ ਗਿਆ ਕਿ ਜਿਹੜਾ ਫੜੇ ਗਏ ਆ ਉਹਨਾਂ ਵਿੱਚੋਂ ਜਿਹੜੇ ਆ ਉਹ ਬਾਹਰ ਪਾਕਿਸਤਾਨ ਦੇ ਵਿੱਚ ਰਹਿ ਕੇ ਉੱਥੇ ਜਿਹੜਾ ਟ੍ਰੇਨਿੰਗ ਕੈਂਪਾਂ ਦੇ ਵਿੱਚ ਇਹਨਾਂ ਨੇ ਉੱਥੇ ਟ੍ਰੇਨਿੰਗ ਵੀ ਲਈ ਹੈ ਹਥਿਆਰ ਚਲਾਉਣ ਦੀ ਜਾਂ ਰੇਲਵੇ ਟਰੈਕ ਉਡਾਉਣ ਦੀ, ਤਾਂ ਉਹ ਸਾਡੇ ਲੋਕਾਂ ਨੂੰ ਸਾਡੇ ਖਿਲਾਫ ਹੀ ਇਸਤੇਮਾਲ ਕਰ ਰਹੇ ਨੇ। ਇਹ ਕਿੰਨੀ ਵੱਡੀ ਤੁਹਾਨੂੰ ਲੱਗਦਾ ਕਿੰਨਾ ਗੰਭੀਰ ਇੱਕ ਚੀਜ਼ ਹੈਗੀ ਹੈ? ਦੇਖੋ ਜੀ, ਇਹ ਤਾਂ ਦੁਸ਼ਮਣ ਦਾ ਕੰਮ ਹੀ ਹੁੰਦਾ। ਆਮ ਪਰਿਵਾਰਾਂ ਦੇ ਅੰਦਰ ਜਦ ਵੀ ਅਸੀਂ ਆਪਣੇ ਘਰਾਂ 'ਚ ਵੀ ਦੇਖ ਲਈਏ, ਜੇ ਕਿਸੇ ਦਾ ਕੋਈ ਘਰ ਬਰਬਾਦ ਕਰਨਾ ਹੋਵੇ, ਕਿਸੇ ਨਾਲ ਖੁੰਦਕ ਕੱਢਣੀ ਹੋਵੇ, ਕਿਸੇ ਨਾਲ ਦੁਸ਼ਮਣੀ ਕੱਢਣੀ ਹੋਵੇ, ਤਾਂ ਸਭ ਤੋਂ ਪਹਿਲਾਂ ਆਪਾਂ ਉਸ ਪਰਿਵਾਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਰਾਏ ਪਾਉਂਦੇ ਆ, ਕਿਉਂਕਿ ਪਰਿਵਾਰ ਦੇ ਬੱਚੇ ਜਿਹੜੇ ਹੈ ਉਹ ਮਾਂ-ਬਾਪ ਨੂੰ ਵੀ ਪਿਆਰੇ ਹੁੰਦੇ ਆ, ਮਾਂ-ਬਾਪ ਨੂੰ ਪਿਆਰੇ ਹੁੰਦੇ ਆ, ਮਾਂ-ਬਾਪ ਉਹਦੇ ਖਿਲਾਫ ਨਹੀਂ ਜਾ ਸਕਦੇ। ਬੱਚੇ ਨਵੀਂ ਉਮਰ 'ਚ ਹੁੰਦੇ ਆ ਔਰ ਉਹ ਜਲਦੀ ਜਿਹੜੀ ਹੈ ਸਾਹਮਣੇ ਵਾਲੇ ਦੀ ਗੱਲ 'ਚ ਆ ਜਾਂਦੇ ਆ। ਉਹਨਾਂ ਨੂੰ ਇਹ ਨਹੀਂ ਪਤਾ, ਉਹਨਾਂ ਨੂੰ ਇਹ ਤਾਂ ਸਮਝ ਨਹੀਂ ਹੁੰਦੀ ਕਿ ਜਿਹੜਾ ਇਹ ਬੰਦਾ ਮੈਨੂੰ ਗਲਤ ਗੱਲ ਮੇਥੋਂ ਵਾਸਤੇ ਜਿਹੜਾ ਹੈ ਬਹੁਤ ਗਲਤ ਕਦਮ ਹੈ, ਉਹਨੂੰ ਪਤਾ ਨਹੀਂ ਹੁੰਦਾ ਔਰ ਉਹ ਅਨਭੋਲ 'ਚ ਉਹਦੇ 'ਚ ਆ ਜਾਂਦਾ ਹੈ ਗੱਲ 'ਚ। ਔਰ ਜੇ ਉਹਨੂੰ ਆਪਣਾ ਮਤਲਬ ਇੱਥੇ ਤੱਕ ਜਿਹੜਾ ਦੁਸ਼ਮਣ ਹੈ ਉਹਨਾਂ ਬੱਚਿਆਂ ਨੂੰ ਇੱਥੇ ਤੱਕ ਪੜ੍ਹਾ ਦਿੰਦਾ, ਜੇ ਉਹਨਾਂ ਨੂੰ ਆਪਣਾ ਮਾਂ-ਬਾਪ ਵੀ ਮਾਰਨਾ ਪੈ ਜੇ, ਖੁੰਦ ਕੱਢਣੀ ਪੈ ਜੇ, ਤਾਂ ਉਹ ਵੀ ਕੰਮ ਕਰਦੇ। ਤੁਸੀਂ ਫਿਲਾਸਫੀ ਦੀ ਗੱਲ ਜਿਹੜੀ ਜਨਰਲ ਜੀ ਕਰ ਰਹੇ ਹੋ, ਪਰ ਇੱਥੇ ਜਿਹੜੀ ਕਮੀ ਆਉਂਦੀ ਹੈ ਜਿਹੜੀ ਲੱਗਦੀ ਹੈ ਜਦੋਂ ਵਾਰ-ਵਾਰ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਗਿੱਗਾ ਸਾਹਿਬ, ਜਦੋਂ ਜਿਹੜੀ ਕਮੀ ਕੀ ਇਹ ਨਹੀਂ ਲੱਗਦਾ ਵੀ ਸਰਕਾਰਾਂ ਜੇ ਜਿਹੜਾ ਸਹੀ ਰੋਜ਼ਗਾਰ ਦਿੰਦੀਆਂ ਹੋਣ ਨੌਜਵਾਨਾਂ ਨੂੰ, ਸਹੀ ਉਹਨਾਂ ਦੇ ਕੋਲ ਕੰਮਕਾਰ ਹੋਵੇ, ਉਹਨਾਂ ਕੋਲ ਇਹਨਾਂ ਚੀਜ਼ਾਂ ਲਈ ਵੇਲ ਨਾ ਹੋਵੇ, ਤਾਂ ਉਹ ਕੁਰਾਹੇ ਪੈਣੋਂ ਬਚ ਸਕਦੇ ਆ। ਇਹ ਇੱਕ ਬੇਰੋਜ਼ਗਾਰੀ ਜਿਹੜੀ ਚੀਜ਼ ਹੈ ਜਾਂ ਹੋਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿੱਥੇ ਉਹ ਵਿਹਲੇ ਨੇ, ਉਹਨਾਂ ਕੋਲ ਕੋਈ ਕੰਮਕਾਰ ਨਹੀਂ ਹੈ, ਉਹ ਇਹ ਸਵਾਲ ਵਾਰ-ਵਾਰ ਆਉਂਦਾ ਹੈ ਕਿ ਫਿਰ ਉਹ ਕਿਉਂ ਪੈਣ ਅਜਿਹੀਆਂ ਚੀਜ਼ਾਂ ਵਿੱਚ? ਐਸੀ ਮੈਂ ਤੁਹਾਨੂੰ ਦੱਸਦਾ ਬੇਰੋਜ਼ਗਾਰੀ ਵਾਲੀ ਗੱਲ ਨਹੀਂ ਹੈ। ਰੋਜ਼ਗਾਰ ਅੱਜ ਵੀ ਸਾਡੇ ਸੂਬੇ ਦੇ ਅੰਦਰ ਇੰਨਾ ਕੁ ਹੈ, ਅਗਰ ਕਰਨਾ ਚਾਹਣ ਤਾਂ। ਅੱਜ ਤੁਸੀਂ ਦੇਖੋ ਖੇਤੀਬਾੜੀ ਦਾ ਕੀ ਹਾਲ ਹੋ ਰਿਹਾ ਹੈ। ਜੇ ਮਤਲਬ ਇਹ ਸਾਡੇ ਜਿਹੜੇ ਹੈ ਬੜੀ ਸਾਜ਼ਿਸ਼ ਦੇ ਤਹਿਤ ਸਾਡੀ ਜਵਾਨੀ ਨੂੰ ਕੁਰਾਹੇ ਪਾਇਆ ਜਾ ਰਿਹਾ, ਸਾਡੇ ਜਵਾਨੀ ਨੂੰ ਖਤਮ ਕਰਿਆ ਜਾ ਰਿਹਾ, ਕਿਉਂਕਿ ਇਹ ਫਿਰ ਇੱਥੇ ਸਰਕਾਰਾਂ ਦਾ ਰੋਲ ਤੁਸੀਂ ਕਿੱਥੇ ਮੰਨਦੇ ਹੋ ਕਿ ਜਿਹੜੀਆਂ ਇਸ ਚੀਜ਼ ਦੇ ਵਿੱਚ ਸਰਕਾਰ ਦਾ ਰੋਲ ਕਿੱਥੇ ਮੰਨਦੇ ਹੋ ਤੁਸੀਂ? ਫਿਰ ਜਿਹੜੀ ਵਿਦੇਸ਼ੀ ਤਾਕਤਾਂ ਨੇ ਉਹ ਦੇਖੋ ਸਾਡਾ ਜਿਹੜਾ ਕਲਚਰ ਹੈ ਉਹ ਖਤਮ ਹੁੰਦਾ ਜਾ ਰਿਹਾ। ਸਾਡਾ ਖਾਣਾ, ਨਹਾਣਾ, ਸੌਣਾ, ਬੈਠਣਾ, ਉੱਠਣਾ, ਗੱਲਬਾਤ ਦਾ ਤਰੀਕਾ, ਇਹ ਸਾਰਾ ਸਿਸਟਮ ਜਿਹੜਾ ਹੈ ਉਹ ਸਾਡੇ ਜਿਹੜਾ ਉਹ ਚੇਂਜ ਹੋ ਗਿਆ। ਸਾਡੇ ਬੱਚੇ ਜਿਹੜੇ ਹੈ ਉਹ ਆਪਣੇ ਸਿਸਟਮ ਤੋਂ ਬਾਹਰ ਚਲੇ, ਸਾਡੀ ਸੰਸਕ੍ਰਿਤੀ, ਸਾਡਾ ਸੱਭਿਆਚਾਰ ਸਭ ਕੁਝ ਨਸ਼ਟ ਹੋ ਗਿਆ, ਕਿਉਂਕਿ ਜਿਹੜੀ ਵਿਦੇਸ਼ੀ ਤਾਕਤਾਂ ਨੇ ਸਾਨੂੰ ਮਾਰਨ ਦੀ, ਸਾਹਮਣੇ ਤੋਂ ਮਾਰਨ ਦੀ ਬੜੀ ਕੋਸ਼ਿਸ਼ ਕਰੀ ਹੈ। ਲੜਾਈ ਨਾਲ ਦੇਖੋ, ਭਾਵੇਂ ਉਹ ਮੁਗਲ ਸੀ ਭਾਵੇਂ ਅੰਗਰੇਜ਼ ਸੀ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸਾਨੂੰ ਨੁਕਸਾਨ ਪਹੁੰਚਾਉਣ ਦੀ, ਲੇਕਿਨ ਸਾਡੀ ਕੋਈ ਹਸਤੀ ਸੀ ਕਿ ਉਹ ਮਿਟ ਨਹੀਂ ਸਕੀ। ਉਹਦਾ ਸਭ ਤੋਂ ਵੱਡਾ ਕਾਰਨ ਸੀ ਸਾਡੀ ਸੰਸਕ੍ਰਿਤੀ। ਔਰ ਅੱਜ ਉਹਨਾਂ ਨੇ, ਦੁਸ਼ਮਣਾਂ ਨੇ ਸਾਡੇ ਨੇ ਇਹ ਸੋਚਿਆ ਹੈ ਕਿ ਅਗਰ ਹਿੰਦੁਸਤਾਨ ਦੀ, ਪੰਜਾਬ ਦੀ ਸੰਸਕ੍ਰਿਤੀ ਨੂੰ, ਸੱਭਿਆਚਾਰ ਨੂੰ ਖਤਮ ਕਰ ਦਿਆ ਜਾਵੇ ਤਾਂ ਇਹ ਆਪਣੇ ਆਪ ਹੀ ਖਤਮ ਹੋ ਜਾਏਗਾ। ਇਸ ਕਰਕੇ ਸਾਡੀ ਜਿਹੜੀ ਸੰਸਕ੍ਰਿਤੀ ਹੈ, ਸੱਭਿਆਚਾਰ, ਇਸ ਮਾਮਲੇ 'ਚ ਸੱਭਿਆਚਾਰ ਵਾਲੀ ਗੱਲ ਕਿੱਥੋਂ ਜੋੜ ਰਹੇ ਹੋ ਤੁਸੀਂ? ਮੈਨੂੰ ਸਮਝ ਨਹੀਂ ਆਈ ਤੁਹਾਡੀ। ਇਸ ਮਾਮਲੇ 'ਚ ਸੱਭਿਆਚਾਰ ਵਾਲੀ ਗੱਲ ਕਿੱਥੋਂ ਆ ਗਈ ਹੈ? ਸਾਡਾ ਸਿਸਟਮ ਜਿਹੜਾ, ਸਾਡੀ ਸੰਸਕ੍ਰਿਤੀ ਸਾਰਾ ਮਤਲਬ ਤਹਿਸ-ਨਹਿਸ ਹੋ ਰਿਹਾ। ਸਾਡੇ ਜਵਾਨੀ ਬੱਚਿਆਂ ਤੋਂ ਮੈਂ ਉਮੀਦ ਕਰਦਾ ਸੀ ਤੁਸੀਂ ਇੱਕ ਸਰਕਾਰ ਦੇ ਜਿਹੜਾ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ, ਸਰਕਾਰ ਦਾ ਰੋਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ। ਤੁਸੀਂ ਮੈਨੂੰ ਲੱਗਦਾ ਫਿਲਾਸਫੀ ਦੀਆਂ ਗੱਲਾਂ ਜ਼ਿਆਦਾ ਕਰ ਰਹੇ ਹੋ। ਮੈਂ ਸਰਕਾਰ ਦਾ ਰੋਲ ਜਿਹੜਾ ਪੁੱਛਣਾ ਚਾਹੁੰਦਾ ਸੀ, ਇੱਥੇ ਕਿੱਥੇ ਸ਼ੁਰੂ ਹੁੰਦਾ, ਤੁਸੀਂ ਕਿੱਥੇ ਮੰਨਦੇ ਹੋ ਕਿ ਜਿਹੜੀ ਇਸ ਦੇ ਵਿੱਚ ਜ਼ਿੰਮੇਵਾਰੀ ਕਿਸੇ ਨਾ ਕਿਸੇ ਤੋਂ ਲੈਣੀ ਹੋਏਗੀ ਨਾ, ਜੇ ਕੁਝ ਗਲਤ ਹੋ ਰਿਹਾ? ਨਹੀਂ, ਇਹ ਤਾਂ ਦੇਖੋ ਸਰਕਾਰਾਂ, ਸਾਰੀ ਗੱਲ ਜਿਹੜੀ ਹੈ ਉਹ ਸਰਕਾਰਾਂ ਤਾਂ ਕੋਸ਼ਿਸ਼ ਕਰਦੀਆਂ ਹੀ ਹੈ, ਭਾਵੇਂ ਉਹ ਮੇਰੀ ਸਰਕਾਰ ਸੀ, ਭਾਵੇਂ ਅੱਜ ਕਾਂਗਰਸ ਦੀ ਸਰਕਾਰ ਹੈ। ਸਰਕਾਰਾਂ ਸਾਰੀਆਂ ਕੋਸ਼ਿਸ਼ ਕਰਦੀਆਂ। ਕੋਈ ਨਹੀਂ ਚਾਹੁੰਦਾ ਆਪਣਾ ਘਰ ਖਰਾਬ ਕਰਨਾ, ਚਾਹੁੰਦਾ ਨਹੀਂ ਹੈ ਵੀ ਮੇਰੇ ਘਰ 'ਚ ਕੋਈ ਨੁਕਸਾਨ ਹੋਵੇ, ਕੋਈ ਨਹੀਂ ਚਾਹੁੰਦਾ। ਲੇਕਿਨ ਇਹ ਹੈ ਕਿ ਸਾਡਾ ਜਿਹੜਾ ਦੁਸ਼ਮਣ ਹੈ ਉਹ
ਸਾਡੇ ਪਿੱਛੇ ਪਿਆ ਵਾ, ਸਾਡਾ ਸਟਰੋਂਗ ਹੈ ਔਰ ਉਹ ਸਾਡਾ ਜਿਹੜਾ ਤਰੀਕੇ ਨਾਲ ਸਾਡੇ ਸੂਬੇ ਮਾਨ ਸਾਹਿਬ ਤੁਸੀਂ ਸਹਿਮਤ ਹੋ ਇਹ ਗੱਲ ਨਾਲ ਜੋ ਗੱਲ ਕਰ ਰਹੇ ਨੇ? ਸਰਕਾਰ ਦਾ ਰੋਲ ਤੁਸੀਂ ਕਿੱਥੇ ਮੰਨਦੇ ਹੋ ਇਸ ਸਭ ਦੇ ਵਿੱਚ? ਮੈਂ ਤੁਹਾਡੇ ਕੋਲ ਵੀ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਮੌਜੂਦਾ ਸਰਕਾਰ ਤੁਹਾਡੀ ਹੈਗੀ ਹੈ, ਸੂਬੇ ਦੀ ਗੱਲ ਕਰੀਏ ਤਾਂ ਦੇਖੋ ਇਹਦੇ ਵਿੱਚ ਜਿਹੜੇ ਸਾਡੇ ਇੱਥੋਂ ਦੇ ਜਿਹੜੇ ਯੂਥ ਨੇ ਉਹ ਇਸ ਇਹੋ ਜਿਹੀਆਂ ਮਾੜੀਆਂ ਜਿਹੜੀਆਂ ਨੇ ਉਹ ਇਸੇ ਮਾੜੇ ਰਾਹ ਨਾ ਪੈਣ। ਇਹ ਜ਼ਿੰਮੇਵਾਰੀ ਸਰਕਾਰ ਦੀ ਹੈ, ਸਰਕਾਰਾਂ ਦੀ ਹੈ। ਇਹ ਜਦੋਂ ਕੋਈ ਯੂਥ ਜਾਂ ਜਿਹੜੇ ਸਾਡੇ ਜਿਹੜੇ ਹੈਗੇ ਨੇ ਉਹ ਵਿਹਲੇ ਹੋ ਜਾਂਦੇ ਨੇ ਜਾਂ ਉਹਨਾਂ ਕੋਲ ਕੋਈ ਹੋਰ ਕੰਮ ਦਾ ਸਾਧਨ ਨਹੀਂ ਹੈਗਾ ਤੇ ਉਹ ਇੱਧਰ ਦੀਆਂ ਉਹ ਇੱਧਰ ਪੈਂਦੇ ਨੇ। ਦੇਖੋ ਦੋ ਤਰੀਕੇ ਦੇ ਨਾਲ ਜਿਹੜੀਆਂ ਇਹ ਹੁੰਦੀ ਹੈ, ਜਾਂ ਤੇ ਕਿਸੇ ਨਾ ਕਿਸੇ ਨੂੰ ਇਸ ਤਰੀਕੇ ਨਾਲ ਕੋਈ ਧਾਰਮਿਕ ਭਾਵਨਾਵਾਂ ਉਹਨਾਂ ਦੀਆਂ ਉਜਾਗਰ ਕਰਕੇ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਜਾਂ ਕੋਈ ਜਦੋਂ ਇੱਕ ਬੰਦਾ ਜਿਹੜਾ ਹੈ ਉਹਦੇ ਕੋਲ ਕੋਈ ਹੋਰ ਕੰਮ ਨਹੀਂ ਹੈ ਤੇ ਜਿਹੜਾ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੈ ਉਹ ਇਸ ਤਰੀਕੇ ਨਾਲ ਹੁੰਦਾ। ਹੁਣ ਦੇਖੋ ਜਿੱਦਾਂ ਹੁਣ ਬਾਹਰ ਜਿਹੜੇ ਤਾਲਿਬਾਨ ਦੇ ਜਿਹੜੇ ਸੁਸਾਈਡ ਬੰਬਰ ਹੈਗੇ ਨੇ ਉਹਨਾਂ ਨੂੰ ਇਸੇ ਤਰੀਕੇ ਨਾਲ ਉਹਨਾਂ ਦੇ ਦਿਮਾਗ ਦੇ ਵਿੱਚ ਧਾਰਮਿਕ ਫਤੂਰ ਭਰਿਆ ਜਾਂਦਾ ਹੈਗਾ ਕਿ ਉਹ ਉਹਨਾਂ ਨੂੰ ਹੋਰ ਕੋਈ ਦਿਸਦਾ ਹੀ ਨਹੀਂ ਹੈ। ਔਰ ਜੋ ਇਸ ਵੇਲੇ ਦੁਨੀਆ 'ਚ ਹੋ ਰਿਹਾ ਹੈ, ਇੱਕ ਜਿਹੜਾ ਟੈਰਰਿਜ਼ਮ ਦਾ ਜਿਹੜਾ ਦੌਰ ਸਾਰੀ ਦੁਨੀਆ 'ਚ ਵੇਖਣ ਨੂੰ ਆ ਰਿਹਾ ਹੈ। 2 ਦਿਨ ਪਹਿਲਾਂ ਲੰਡਨ 'ਚ ਅਟੈਕ ਹੋਇਆ, ਉਸ ਤੋਂ ਪਹਿਲਾਂ ਹੋਰ ਕਈ ਥਾਵਾਂ ਤੇ ਜਿਹੜੇ ਅਟੈਕ ਹੋ ਕੇ ਹਟੇ ਨੇ। ਇੱਕ ਜਿਹੜਾ ਇੱਕ ਧਾਰਮਿਕ ਮੁੱਦਿਆਂ ਨੂੰ ਜਦੋਂ ਉਛਾਲ ਕੇ ਆਪਾਂ ਉਹਨਾਂ ਨੂੰ ਲੋਕਾਂ ਨੂੰ ਗੁੰਮਰਾਹ ਕਰਦੇ ਹਾਂ, ਜਿਹੜੇ ਇਹਨਾਂ ਦੇ ਹੈਗੇ ਨੇ ਉਹ ਸਭ ਤੋਂ ਖਤਰਨਾਕ ਚੀਜ਼ ਹੈ। ਤੇ ਉਸ ਚੀਜ਼ ਤੋਂ ਜਿਹੜਾ ਹੈ ਸਾਡੇ ਲੋਕਾਂ ਨੂੰ ਬਚਣ ਦੀ ਲੋੜ ਹੈਗੀ ਹੈ ਕਿ ਉਹ ਇਹੋ ਜਿਹੀਆਂ ਤਾਕਤਾਂ ਤੋਂ ਗੁਰੇਜ਼ ਕਰਨ ਤਾਂ ਕਿ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਲਤ ਤਰੀਕੇ ਨਾਲ ਭੜਕਾ ਕੇ ਉਹਦਾ ਦੁਰਵਰਤੋਂ ਨਾ ਕਰਵਾ ਰਹੇ ਲੋਕਾਂ ਨੂੰ। ਜੀ ਜੋਗਾ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਮੈਂ ਤੁਹਾਡੇ ਕੋਲ ਵੀ ਸਵਾਲ ਪੁੱਛਦਾ, ਤੁਸੀਂ ਇਸ ਦਾ ਹੱਲ ਕਿੱਧਰ ਨੂੰ ਦੇਖਦੇ ਹੋ ਕਿ ਸਰਕਾਰਾਂ ਦਾ ਰੋਲ ਕਿੰਨਾ ਇਸ ਵਿੱਚ ਹੋਣਾ ਚਾਹੀਦਾ ਹੈ, ਜਾਂ ਜਿਹੜੀਆਂ ਮੌਜੂਦਾ ਪੋਲੀਟੀਕਲ ਪਾਰਟੀਆਂ ਦਾ ਰੋਲ ਕਿੱਥੇ ਦੇਖਦੇ ਹੋ? ਆਮ ਲੋਕਾਂ ਨੂੰ ਕਿਸ ਤਰ੍ਹਾਂ ਦੇ ਨਾਲ ਇਹਨਾਂ ਚੀਜ਼ਾਂ ਤੋਂ ਜੇ ਉਹ ਕੁਰਾਹੇ ਅਸੀਂ ਕਹੀਏ ਤਾਂ ਉਹ ਗਲਤ ਨਹੀਂ ਹੋਗਾ, ਪੈਰ ਜੇ ਉਹ ਪੈਂਦੇ ਨੇ ਤਾਂ ਕੀ ਹੱਲ ਹੈਗਾ ਇਸ ਸਭ ਦਾ ਕਿ ਉਹ ਇਸ ਪਾਸੇ ਨਾ ਜਾਣ ਜਾਂ ਉਹਨਾਂ ਦਾ ਧਿਆਨ ਇਸ ਪਾਸੇ ਨਾ ਜਾਵੇ? ਦੇਖੋ ਬਲਵਿੰਦਰ ਜੀ, ਪਹਿਲਾਂ ਤਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਜੇਕਰ ਪੁਲਿਸ ਨੇ ਕੋਈ ਇਹੋ ਜਿਹੇ ਬੰਦੇ ਫੜੇ ਹੈ ਤਾਂ ਉਹ ਵਧੀਆ ਕੰਮ ਕੀਤਾ, ਕਿਉਂਕਿ ਜਦੋਂ ਕੋਈ ਆਪਰੇਸ਼ਨ ਹੁੰਦਾ ਤਾਂ ਪੁਲਿਸ ਵਾਲੇ ਨੌਜਵਾਨਾਂ ਨੇ ਮੂਹਰੇ ਜਾਣਾ ਹੁੰਦਾ, ਜਾਨ ਦੀ ਬਾਜੀ ਉਹਨਾਂ ਨੇ ਲਾਉਣੀ ਹੁੰਦੀ, ਉਹਦੇ ਵਿੱਚ ਕੋਈ ਦੋਰਾਵਾ ਨਹੀਂ। ਪਰ ਮੈਂ ਇੱਕ ਗੱਲ ਕਹਿਣਾ ਹੈ, ਅੱਜ ਦੇ ਅਖਬਾਰ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਮਹਿਤਾ ਚੌਂਕ ਗਏ ਆ, ਦਮਦਮੀ ਟਕਸਾਲ ਦੇ ਹੈੱਡਕੁਆਟਰ ਤੇ ਉੱਥੇ ਉਹ ਆਪਣਾ ਸਾਕਾ ਨੀਲਾ ਤਾਰਾ ਦੇ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਆ ਉਹਨਾਂ ਨੇ ਕੱਲ। ਤੇ ਹੁਣ ਇਹ ਉੱਥੇ ਜਾ ਕੇ ਕਹਿ ਰਹੇ ਆ ਕਿ ਮਤਵਾਜੀ ਜਥੇਦਾਰਾਂ ਨੂੰ ਕਾਂਗਰਸ ਦੀ ਸ਼ਹਿ ਪ੍ਰਾਪਤ ਹੈ ਤੇ ਨਾਲ ਕੱਲ ਹੀ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ ਜਥੇਦਾਰ ਸਹਿਬਾਨਾਂ ਨਾਲ ਉਹਨਾਂ ਨਾਲ ਮੀਟਿੰਗ ਕਰ ਰਹੇ ਆ ਤੇ ਗੱਲ ਉਹੀ ਰਾਜਨੀਤਿਕ ਆ ਗਈ ਨਾ। ਇਹਨਾਂ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਕਾਂਗਰਸ ਬਾਰੇ ਕਹਿ ਰਹੇ ਆ ਤੇ ਜੇਕਰ ਇਹ ਕਾਂਗਰਸੀ ਹੈ ਤਾਂ ਕਿਰਪਾਲ ਸਿੰਘ ਜੀ ਬਡੂੰਗਰ ਇਹਨਾਂ ਨਾਲ ਮੀਟਿੰਗ ਕਿਸ ਗੱਲ ਦੀ ਕਰ ਰਹੇ ਆ? ਗੱਲ ਕੇਵਲ ਤੋਂ ਕੇਵਲ ਇਹੀ ਹੈ ਕਿ ਰਾਜਨੀਤਿਕ ਰੋਟੀਆਂ ਜਿੰਨੀ ਦੇਰ ਰਾਜਨੀਤਿਕ ਲੋਕ ਸੇਕਣ ਤੋਂ ਨਹੀਂ ਹਟਦੇ ਉਨੀ ਦੇਰ ਇਹ ਮਾਹੌਲ ਨਹੀਂ ਹਟੇਗਾ, ਕਿਉਂਕਿ ਜਿੰਨੀ ਦੇਰ ਰਾਜਨੀਤਿਕ ਲੋਕ ਸਹੀ ਭਾਵਨਾ ਨਾਲ ਲੋਕਾਂ ਦੀ ਸੇਵਾ ਭਾਵਨਾ ਨਾਲ ਅੱਗੇ ਨਹੀਂ ਆਉਂਦੇ, ਭਾਵੇਂ ਉਹ ਧਾਰਮਿਕ ਖੇਤਰ ਹੈ, ਭਾਵੇਂ ਉਹ ਸਮਾਜਿਕ ਖੇਤਰ ਹੈ, ਭਾਵੇਂ ਉਹ ਰਾਜਨੀਤਿਕ ਖੇਤਰ ਹੈ। ਅੱਜ ਪੰਜਾਬ ਨੂੰ ਇਸ ਗੱਲ ਦੀ ਲੋੜ ਹੈ ਕਿ ਇੱਕ ਚੰਗੇ ਰਾਜਨੀਤਿਕ ਲੋਕ ਆਪਣੇ ਮਨ ਨੂੰ ਇਹ ਸਮਝਾਉਣ ਕਿ ਅਸੀਂ ਕੇਵਲ ਪੰਜਾਬ ਨੂੰ ਬਚਾਉਣਾ ਹੈ। ਸੋ ਇਸ ਕਰਕੇ ਕਿਤੇ ਨਾ ਕਿਤੇ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਇਸ ਮਸਲੇ ਪਿੱਛੇ ਵੀ ਕਿਤੇ ਮਿਊਨਿਸਪਲ ਕਮੇਟੀ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਉਹਦੇ ਵਿੱਚ ਵੋਟ ਬੈਂਕ ਇਕੱਠਾ ਕਰਨ ਦਾ ਮਨਸੂਬਾ ਤਾਂ ਨਹੀਂ ਹੈਗਾ। ਜੇ ਹੈ ਤਾਂ ਉਹ ਗਲਤ ਹੈ, ਜੇ ਨਹੀਂ ਹੈ ਤਾਂ ਅਸੀਂ ਇਹਦੇ ਨਾਲ ਵੀ ਸਹਿਮਤ ਹਾਂ ਕਿ ਜੇ ਉਹ ਲੋਕ ਗਲਤ ਸੀਗੇ, ਗਲਤ ਮਨਸੂਬੇ ਵਾਲੇ ਸੀ, ਉਹਨਾਂ ਨੂੰ ਪੁਲਿਸ ਨੇ ਫੜਿਆ ਤਾਂ ਪੁਲਿਸ ਦੀ ਬਹਾਦਰੀ ਹੈ। ਪਰ ਜੇਕਰ ਉਹ ਨਜਾਇਜ਼ ਫੜੇ ਆ, ਕਿਸੇ ਪੋਲੀਟੀਕਲ ਦਬਾਅ ਥੱਲੇ ਫੜੇ ਆ, ਤਾਂ ਉਹ ਹੋਣਾ ਨਹੀਂ ਚਾਹੀਦਾ। ਤੁਸੀਂ ਉਸੇ ਸਵਾਲ ਦੇ ਉੱਪਰ ਅੜੇ ਹੋਏ ਹੋ ਕਿ ਤੁਹਾਨੂੰ ਲੱਗਦਾ ਕਿ ਜੇ ਪੁਲਿਸ ਨੇ ਕੁਝ ਗਲਤ ਕੀਤਾ ਤਾਂ ਜਿਹੜਾ ਮੇਰਾ ਸਵਾਲ ਸੀ ਉਸ ਦਾ ਜਵਾਬ ਨਹੀਂ ਦੇਣਾ ਚਾਹੋਗੇ ਤੁਸੀਂ ਜਿਹੜਾ ਮੈਂ ਪੁੱਛਿਆ ਸੀ? ਕੀ ਪੁੱਛਿਆ ਸੀ ਜੀ, ਦੁਬਾਰਾ ਦੱਸ। ਮੇਰਾ ਸਵਾਲ ਇਹ ਸੀ, ਜੇ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਜੇ ਆਪਣੇ ਹੀ ਸਾਡੇ ਸੂਬੇ ਦੇ ਲੋਕ ਫੜੇ ਜਾ ਰਹੇ ਹੈ, ਜੇ ਇਹ ਕਿਹਾ ਜਾ ਰਿਹਾ ਕਿ ਉਹ ਇਸ ਤਰ੍ਹਾਂ ਦੇ ਕੁਰਾਹੇ ਪਏ ਆ, ਉਹਨਾਂ ਨੂੰ ਕੌਣ ਰੋਕੇਗਾ? ਕਿਸ ਦਾ ਰੋਲ ਤੁਸੀਂ ਮੰਨਦੇ ਹੋ ਉਸ ਵਿੱਚ?
ਉਹਨਾਂ ਦੀ ਜ਼ਿੰਮੇਵਾਰੀ ਟੋਟਲ ਸਰਕਾਰ ਦੀ ਹੁੰਦੀ ਹੈ ਜੀ। ਜੇਕਰ ਸਰਕਾਰ ਉਹਨਾਂ ਨੂੰ ਚੰਗੇ ਸਾਧਨ ਘਰ ਘਰ ਨੌਕਰੀ ਦੀ ਗੱਲ ਹੈ, ਦੇਖੋ ਹੁਣ ਗੱਲ ਉੱਥੇ ਹੀ ਆ ਜਾਂਦੀ ਹੈ। ਮੈਂ ਪਿਛਲੀ ਵਾਰ ਵੀ ਕਹਿ ਕੇ ਗਿਆ ਸੀ, ਮਾਨ ਸਾਹਿਬ ਵੀ ਇਸ ਗੱਲ ਬਾਰੇ ਦੱਸਣ। ਹੁਣ ਘਰ ਘਰ ਨੌਕਰੀ ਦੀ ਗੱਲ ਤਾਂ ਕਾਂਗਰਸ ਸਰਕਾਰ ਨੇ ਕਰ ਲਈ, ਲੇਕਿਨ ਕੈਬਨਿਟ ਦੀ ਮੀਟਿੰਗ ਦੇ ਵਿੱਚ ਇੱਕ ਨੌਕਰੀ ਦੇ ਰਹੇ ਆ, ਅਸੂਲਾਂ ਤੋਂ ਉਲਟ ਜਾ ਕੇ ਦੇ ਕਿਹਨੂੰ ਰਹੇ ਆ? ਸਰਦਾਰ ਰਵਨੀਤ ਸਿੰਘ ਜੀ ਬਿੱਟੂ ਮੈਂਬਰ ਪਾਰਲੀਮੈਂਟ ਦੇ ਭਰਾ ਨੂੰ। ਮੈਂ ਨਹੀਂ ਕਹਿਣਾ ਕਿ ਉਹਨਾਂ ਨੂੰ ਗਲਤ ਦੇਈ ਜਾਂ ਠੀਕ ਦੇਈ, ਪਰ ਹੋਣਾ ਇਹ ਚਾਹੀਦਾ ਸੀ ਕਿ ਜਿਹੜੇ ਸਾਡੇ ਵੀਰਾਂ ਨੇ, ਜਿਹੜੇ ਸਾਡੇ ਉਹਨਾਂ ਯੋਧਿਆਂ ਨੇ ਦੇਸ਼ ਦੀ ਰਾਖੀ ਦੇ ਲਈ ਲੜਾਈ ਕੀਤੀ ਸੀ, ਜਿਹੜੇ ਹੁਣੇ ਤਾਜ਼ੇ ਸ਼ਹੀਦ ਹੋਏ ਸੀ, ਘੱਟੋ ਘੱਟ ਉਹਨਾਂ ਦੇ ਪਰਿਵਾਰਾਂ 'ਚ ਇੱਕ ਨੌਕਰੀ ਦੇ ਦਿੰਦੇ। ਪੰਜਾਬ ਦੇ ਲੋਕਾਂ 'ਚ ਇੱਕ ਮਾਹੌਲ ਤਾਂ ਜਾਂਦਾ ਕਿ ਸਰਕਾਰ ਨੇ ਜਿਹੜੀ ਘਰ ਘਰ ਨੌਕਰੀ ਦੀ ਪਹਿਲ ਕੀਤੀ ਹੈ ਤਾਂ ਉਹਨਾਂ ਸ਼ਹੀਦ ਪਰਿਵਾਰਾਂ 'ਚੋਂ ਇੱਕ ਲਈ ਕਰਤੀ। ਸੋ ਇਸ ਕਰਕੇ ਸਰਕਾਰਾਂ ਨੇ ਮਾਹੌਲ ਬਣਾਉਣਾ ਹੁੰਦਾ ਹੈ ਕਿ ਸੂਬੇ ਦੀ ਜਨਤਾ ਨੂੰ ਅਸੀਂ ਕਿਵੇਂ ਆਪਣੇ ਨਾਲ ਲਾਈਏ। ਇਹ ਮਾਹੌਲ ਸਰਕਾਰ ਬਣਾਵੇ। ਅਸੀਂ ਇਹਨਾਂ ਤੋਂ ਆਸ ਮੰਨਦੇ ਹਾਂ ਕਿ ਮਾਹੌਲ ਹਲੇ ਸਰਕਾਰ ਤੋਂ ਬਣਿਆ ਨਹੀਂ, ਪਰ ਇਹ ਸਰਕਾਰ ਬਣਾਵੇ। ਇਸ ਕਰਕੇ ਅਸੀਂ ਇਹਨਾਂ ਨੂੰ ਵਕਤ ਦੇਣਾ ਬਹੁਤ ਜ਼ਰੂਰੀ ਹੈ। ਹਜੇ 3 ਮਹੀਨੇ ਵੀ ਨਹੀਂ ਹੋਏ, ਸਹਿਯੋਗ ਦੇਣ ਨੂੰ ਵੀ 2.5 ਮਹੀਨੇ ਹੋਏ ਆ। ਮੈਂ ਇਹੀ ਸਵਾਲ ਜਿਹੜਾ ਕੁਲਤਾਰ ਸਿੰਘ ਤੁਹਾਡੇ ਕੋਲ ਵੀ ਪੁੱਛਣਾ ਚਾਹੁੰਦਾ ਹਾਂ, ਤੇ ਮੈਂ ਸਰਕਾਰ ਦੇ ਨੁਮਾਇੰਦੇ ਤੋਂ ਵੀ ਜਵਾਬ ਜ਼ਰੂਰ ਲਵਾਂਗਾ ਲਾਸਟ ਵਿੱਚ। ਤੁਹਾਡੇ ਕੋਲ ਵੀ ਮੈਂ ਇਹੀ ਸਵਾਲ ਜਿਹੜਾ ਪੁੱਛਣਾ ਚਾਹੁੰਦਾ ਸੀ। ਦੇਖੋ ਜੀ, ਬਿਲਕੁਲ ਸਰਕਾਰ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ, ਹਰੇਕ ਚੀਜ਼ ਦੀ ਜ਼ਿੰਮੇਵਾਰੀ ਸਰਕਾਰ ਦੀ। ਚੰਗਾ ਹੋਵੇ ਉਹਦੀ ਜ਼ਿੰਮੇਵਾਰੀ ਸਰਕਾਰ ਦੀ, ਮਾੜਾ ਹੋਵੇ ਉਹਦੀ ਜ਼ਿੰਮੇਵਾਰੀ ਸਰਕਾਰ ਦੀ, ਪਰ ਕਿਤੇ ਨਾ ਕਿਤੇ ਵੋਟ ਬੈਂਕ ਪੋਲਿਟਿਕਸ ਦੀ ਗੱਲ ਜਾ ਕੇ ਜੁੜ ਜਾਂਦੀ ਹੈ। ਸਰ ਜੀ, ਮੈਂ ਬੜੀ ਨਿਮਰਤਾ ਦੇ ਨਾਲ ਇੱਕ ਗੱਲ ਕਹਿਣੀ ਚਾਹੁੰਦਾ, ਔਰ ਐਵਰੀ ਵਰਡ ਐਟ ਮਾਈ ਕਮਾਂਡ, ਕਿ ਆਪਰੇਸ਼ਨ ਬਲੂ ਸਟਾਰ ਨਹੀਂ ਹੁੰਦਾ ਸੀ ਜੇ ਕਿਤੇ ਸਰਕਾਰਾਂ ਆਪਦੀ ਸਹੀ ਡਿਊਟੀ ਨਿਭਾਉਂਦੀਆਂ, ਜੇ ਗੰਦੀ ਰਾਜਨੀਤੀ ਦੀ ਭਾਵਨਾ ਪਿੱਛੇ ਨਾ ਹੁੰਦੀ। ਉਹ ਆਪਣਾ ਯੂਪੀ ਦੇ ਵਿੱਚ ਦੰਗੇ ਨਹੀਂ ਹੁੰਦੇ ਸੀ ਜੇ ਸਰਕਾਰ ਇਮਾਨਦਾਰ ਨਾਲ ਚੱਲਦੀ। ਉਹ ਗੁਜਰਾਤ ਦੇ ਵਿੱਚ ਦੰਗੇ ਨਹੀਂ ਹੁੰਦੇ ਸੀ। ਉਹ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਨਹੀਂ ਹੋਣਾ ਸੀ ਜੇ ਸਰਕਾਰ ਵੋਟ ਬੈਂਕ ਪੋਲਿਟਿਕਸ ਵਾਲੀ ਗੱਲ ਨਾ ਕਰਦੀ। ਇਹ ਗੱਲ ਤਾਂ ਇਹ ਹੈ ਵੀ ਸਾਡੇ ਸਮਾਜ ਨੂੰ ਉੱਠਣਾ ਪਊਗਾ, ਲੋਕਾਂ ਨੂੰ ਉੱਠਣਾ ਪਊਗਾ। ਕਿਤੇ ਵੀ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਖਾਸ ਕਰਕੇ, ਕਿਤੇ ਵੀ ਕੋਈ ਹਿੰਦੂ ਸਿੱਖ ਵਾਲੀ ਮੁਸਲਮਾਨ ਵਾਲੀ ਗੱਲ ਹੀ ਨਹੀਂ ਹੈ। ਸਾਰੇ ਇਕੱਠੇ ਬਹਿ ਕੇ ਰੋਟੀ ਖਾਂਦੇ, ਸਾਰੇ ਇਕੱਠੇ ਬਹਿ ਕੇ ਆਪਦੇ ਰਿਸ਼ਤੇਦਾਰੀਆਂ ਸਾਰਿਆਂ ਦੀਆਂ ਇਕੱਠੇ ਰਹਿੰਦੇ ਨੇ ਸਾਰੇ। ਉਹ ਇਹ ਤਾਂ ਰਾਜਨੀਤੀ ਆ। ਔਰ ਮੈਂ ਤਾਂ ਇੱਥੋਂ ਤੱਕ ਗੱਲ ਕਹੂੰਗਾ, ਪਾਕਿਸਤਾਨ ਦੇ ਜਿਹੜੇ ਨਾਗਰਿਕ ਨੇ ਉਹਨਾਂ ਨਾਲ ਕੋਈ ਕਿਸੇ ਦਾ ਵੈਰ ਨਹੀਂ। ਇਹ ਨਿਜ਼ਾਮ ਹੈ ਜਿਹੜੇ ਆਪਦੀ ਸਰਕਾਰਾਂ ਸਿਕਿਉਰ ਕਰਨਾ ਚਾਹੁੰਦੇ ਆ, ਉਹਨਾਂ ਨੇ ਗੇਮ ਬਣਾਈ ਹੋਈ ਹੈ। ਕਸ਼ਮੀਰ ਦਾ ਮੁੱਦਾ ਹਾਲੀ ਨਹੀਂ ਹੋਣ ਦਿੰਦੇ, ਉਹਦੇ ਤੋਂ ਲੈ ਕੇ ਫਿਰ ਖਾਲਿਸਤਾਨ ਲਿਆਂਦੇ, ਕਦੇ ਕੁਛ ਲਿਆਂਦਾ, ਕਦੇ ਕੁਛ ਲਿਆਂਦਾ। ਇਹ ਸਾਰਾ ਕੁਛ ਅਲਟੀਮੇਟ ਗੱਲ ਹੈ, ਵੋਟ ਬੈਂਕ ਪੋਲਿਟਿਕਸ ਹੈ। ਔਰ ਇਹਦੇ ਲਈ 101% ਜੇ ਕੋਈ ਜ਼ਿੰਮੇਦਾਰ ਹੈ ਤਾਂ ਉਹ ਪੋਲਿਟਿਕਸ ਹੈ। ਔਰ ਸਾਡੇ ਲੋਕਾਂ ਦੀ, ਦੇਖੋ ਤੁਸੀਂ ਵੀ ਉਸ ਪੋਲਿਟਿਕਸ ਦਾ ਹਿੱਸਾ ਹੈਗੇ ਕੁਲਤਾਰ ਜੀ, ਆਪਦੀਆਂ ਭਾਵਨਾਵਾਂ 'ਚ ਵਹਿ ਜਾਂਦੇ ਆ, ਇਹ ਸਾਨੂੰ ਵਰਤ ਲੈਂਦੇ ਨੇ। ਤੁਸੀਂ ਵੀ ਉਸ ਪੋਲਿਟਿਕਸ ਦਾ ਹਿੱਸਾ ਹੈਗੇ। ਬਿਲਕੁਲ, ਅਸੀਂ ਇਸ ਪੋਲਿਟਿਕਸ ਨੂੰ ਬਦਲ ਲਈ ਆਏ ਆ ਔਰ ਬਦਲ ਕੇ ਰਹਾਂਗੇ। ਅਸੀਂ ਬਦਲ ਕੇ ਰਹਾਂਗੇ, ਇਸੇ ਕਰਕੇ ਅਸੀਂ ਲੱਗੇ ਹੋਏ ਆ ਜੀ। ਚਲੋ ਠੀਕ ਹੈ। ਮੈਂ ਲਾਸਟ ਸਵਾਲ ਇਹੀ ਸਵਾਲ ਤੁਹਾਡੇ ਕੋਲੋਂ ਮਾਨ ਸਾਹਿਬ ਲੈਣਾ ਚਾਹੂੰਗਾ। ਲਾਸਟ ਸਵਾਲ ਤੁਹਾਡੇ ਕੋਲੋਂ, ਲਾਸਟ ਕਮੈਂਟ ਵੀ ਤੁਹਾਡਾ। ਬਲਵਿੰਦਰ ਜੀ, ਦੇਖੋ ਇਹ ਇਹੋ ਜਿਹੀ ਜਿਹੜੀ ਇਸ ਮਾਹੌਲ ਨੂੰ ਠੀਕ ਰੱਖਣਾ, ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹੋ ਜਿਹਾ ਮਾਹੌਲ ਦੁਬਾਰਾ ਨਾ ਬਣੇ, ਇਹਦੀ ਵੀ ਜ਼ਿੰਮੇਵਾਰੀ ਜਿਹੜੀ ਹੈ ਸਰਕਾਰ ਦੀ ਹੈ। ਸਰਕਾਰਾਂ ਨੂੰ ਸਤਰਕ ਰਹਿਣ ਦੀ ਲੋੜ ਹੈ। ਆਪਣਾ ਜਿਹੜਾ ਜਵਾਨੀ ਹੈ ਉਹਨਾਂ ਨੂੰ ਸੰਭਾਲ ਕੇ ਰੱਖਣਾ ਇਹ ਸਾਡਾ ਫਰਜ਼ ਹੈ, ਸਰਕਾਰਾਂ ਦਾ ਫਰਜ਼ ਹੈ। ਉਹਨਾਂ ਨੂੰ ਜਿਹੜੀ ਇੰਪਲੋਇਮੈਂਟ ਦੇਣੀ, ਉਹਨਾਂ ਨੂੰ ਉਹ ਵੀ ਜਿਹੜੇ ਸਰਕਾਰਾਂ ਦਾ ਜਿਹੜਾ ਹੈ ਉਹ ਫਰਜ਼ ਹੈ। ਅਸੀਂ ਇਹ ਵਾਅਦਾ ਕੀਤਾ ਹੈ, ਅਸੀਂ ਨਿਭਾਵਾਂਗੇ। ਅਸੀਂ ਇੱਕ ਜਿਹੜਾ ਹੈ ਅਸੀਂ ਵਚਨਬੱਧ ਹੈਗੇ ਆ। ਲੇਕਿਨ ਇਹ ਜਿਹੜਾ ਜਿਸ ਤਰੀਕੇ ਨਾਲ ਪਿਛਲਾ ਤਾਣਾ ਬਾਣਾ ਜਿਹੜਾ ਹੈ ਉਲਝਿਆ, ਉਸ ਚੀਜ਼ ਤੋਂ ਜਦੋਂ ਵੀ ਇਹ ਸਾਰਾ ਠੀਕ ਹੋ ਜਾਏਗਾ, ਅਸੀਂ ਆਪਣਾ ਇੱਕ ਵਾਅਦਾ, ਇਹ ਕੈਪਟਨ ਸਾਹਿਬ ਦਾ ਜਿਹੜਾ ਹੈ ਵਾਅਦਾ, ਇੱਕ ਵਾਅਦਾ ਜਿਹੜਾ ਹੈ ਪੂਰਾ ਹੋਏਗਾ। ਇਸ ਚੀਜ਼ ਦੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈ। ਦੂਸਰੀ ਗੱਲ ਜਿਹੜੀ ਮੈਂ ਇਹ ਕਰਨਾ ਚਾਹੁੰਦਾ ਹੈਗਾ ਕਿ ਜਿਹੜੀ ਇਸ ਵੇਲੇ ਜਿਹੜੀ ਹੈ ਇਹ ਧਾਰਮਿਕ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਉਜਾਗਰ ਕਰਕੇ, ਉਹਨਾਂ ਨੂੰ ਉਹਦੇ ਨਾਲ ਛੇੜਛਾੜ ਕਰਕੇ ਜਦੋਂ ਸਿਆਸੀ ਪਾਰਟੀਆਂ ਉਹ ਕਰਦੀਆਂ ਨੇ, ਉੱਥੇ ਜਾ ਕੇ ਜਿਹੜੀ ਹੁੰਦੀ ਪਈ ਹੈ। ਜਿਵੇਂ ਜੋਗਾ ਸਿੰਘ ਹੁਣਾਂ ਨੇ ਸਾਰਾ ਦਿਖਾਇਆ ਕਿ ਕਿਤੇ ਨਾ ਕਿਤੇ ਇਹ ਧਾਰਮਿਕ ਭਾਵਨਾਵਾਂ ਨੂੰ ਇਹ ਛੇੜਨ ਦੀ ਦੁਬਾਰਾ ਉੱਥੇ ਛੇੜਦੇ ਨੇ, ਤਾਂ ਕਿ ਉੱਥੇ ਲਿਆ ਕੇ ਪੁਰਾਣੇ ਜਿਹੜੇ ਨੇ ਉਹਨਾਂ ਨੂੰ ਜਿਹੜੇ ਫੋੜੇ ਨੇ ਉਹਨਾਂ ਨੂੰ ਛਿੱਲ ਕੇ ਦੁਬਾਰਾ ਹਰੇ ਕਰਕੇ ਲੋਕਾਂ ਨੂੰ ਰੱਖੋ, ਤਾਂ ਕਿ ਉਹਨਾਂ ਦਾ ਵੋਟ ਬੈਂਕ ਜਿਹੜਾ ਹੈ, ਜਿਸ ਤਰੀਕੇ ਨਾਲ ਉਹਨਾਂ ਦੀ ਐਤਕੀ ਹਾਰ ਹੋਈ ਹੈ, ਉਹਨਾਂ ਨੂੰ ਦੁਬਾਰਾ ਇਸ ਵੇਲੇ ਉਹਨਾਂ ਦੀ ਜਿਹੜੀ ਹੈ ਰਿਵਾਈਵਲ ਕਰਨ ਦੇ ਤਰੀਕੇ ਪਏ ਹੋਏ ਨੇ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ।
ਪੰਜਾਬ ਦਾ ਜਿਹੜਾ ਮਾਹੌਲ ਸੁਖਾਵਾਂ ਬਣਿਆ ਉਹਨਾਂ ਨੂੰ ਬਣਿਆ ਰਹਿਣ ਦੇਣਾ ਚਾਹੀਦਾ ਹੈਗਾ। ਇਹੋ ਜਿਹੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣਾ ਨਹੀਂ ਚਾਹੀਦਾ। ਚਲੋ ਬਹੁਤ ਬਹੁਤ ਧੰਨਵਾਦ ਗੁਰਪ੍ਰਤਾਪ ਮਾਨ ਜੀ, ਨਾਲ ਹੀ ਕੁਲਤਾਰ ਸਿੰਘ ਜੀ। ਵਕਤ ਖਤਮ ਹੋ ਰਿਹਾ। ਔਰ ਖੁਸ਼ਵੰਤ ਰਾਏ ਗਿੱਗਾ ਜੀ, ਜੋਗਾ ਸਿੰਘ ਚੱਪੜ ਜੀ, ਬਹੁਤ ਬਹੁਤ ਧੰਨਵਾਦ ਆਪਣੀ ਰਾਏ ਰੱਖਣ ਦੀ। ਜਿਹੜਾ ਦਰਸ਼ਕਾਂ ਨੂੰ ਅਸੀਂ ਸਵਾਲ ਪੁੱਛਿਆ ਸੀ, ਮੈਂ ਉਹ ਵੀ ਜਿਹੜਾ ਹੈ ਉਹਨਾਂ ਦੇ ਉੱਪਰ ਜਿਹੜੀ ਰਾਏ ਦਿਖਾਉਣਾ ਚਾਹੁੰਦਾ। ਸਵਾਲ ਅਸੀਂ ਪੁੱਛਿਆ ਸੀ ਕਿ ਪੰਜਾਬ 'ਚ ਦਹਿਸ਼ਤਵਾਦ ਨੂੰ ਦੁਬਾਰਾ ਲਿਆਉਣ ਦੀਆਂ ਸਰਗਰਮੀਆਂ ਤੇਜ਼ ਹੋ ਰਹੀਆਂ ਨੇ, ਤੁਹਾਨੂੰ ਕੀ ਲੱਗਦਾ? ਜਿਹੜੀ ਅਸੀਂ ਤੁਹਾਡੇ ਤੋਂ ਰਾਏ ਮੰਗੀ ਸੀ ਹਾਂ ਜਾਂ ਨਾ ਵਿੱਚ ਤੁਹਾਡੇ SMS ਸਾਡੇ ਕੋਲ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਤੇ 17% ਦਰਸ਼ਕਾਂ ਨੇ ਆਪਣੀ ਰਾਏ ਹਾਂ 'ਚ ਭੇਜੀ ਹੈ ਤੇ 83% ਦਰਸ਼ਕਾਂ ਦੀ ਰਾਏ ਨਾ ਵਿੱਚ ਆਈ ਹੈ। ਮਤਲਬ ਜਿਹੜੇ ਜ਼ਿਆਦਾਤਰ ਲੋਕ ਇਹ ਮੰਨਦੇ ਨੇ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਰਹੇਗੀ, ਕਿਉਂਕਿ ਲੋਕ ਜਿਹੜੇ ਨੇ ਉਹ ਹਰ ਧਰਮ ਦੇ ਪੰਜਾਬ 'ਚ ਵਸਦੇ ਨੇ ਤੇ ਇੱਕ ਦੂਜੇ ਦੇ ਨਾਲ ਪੂਰੀ ਭਾਈਚਾਰੇ ਤੇ ਸਾਂਝੀਵਾਲਤਾ ਦੇ ਨਾਲ ਵਸਦੇ ਨੇ। ਇਸੇ ਜਿਹੜਾ ਹੈ ਉਮੀਦ ਦੇ ਨਾਲ ਇਸੇ ਅਸੀਂ ਉਮੀਦ ਕਰਦੇ ਹਾਂ ਕਿ ਇਹੀ ਚੀਜ਼ ਹਮੇਸ਼ਾ ਜਿਹੜੀ ਹੈ ਬਣੀ ਰਹੇ। ਬਹੁਤ ਬਹੁਤ ਧੰਨਵਾਦ। ਤੇ ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ। ਧੰਨਵਾਦ।